श्री वाहिगुरु साहिब जी। एक ओंकार सतगुर प्रसाद। तेरे गावन गावन गुण कह के गावां, तू साहिब गुणी निधाना। तुम्हारी महिमा वर्णन ना सकां, तू ठाकुर ऊच भगवाना। ज्यों बुलावे त्यों बोले स्वामी, कुदरत गावन मारी। साध संग नानक जस गायो, जो प्रभ की अंत प्यारी। साध संग नानक जस गायो, जो प्रभ की अंत प्यारी। गुरु साहिब जी। कबीर पाहन परमेश्वर किया, पूजा सब संसार। इस परवासे जो रहे डूबे काली तार। कबीर पाहन परमेश्वर किया, पूजा सब संसार। इस परवासे जो रहे डूबे काली तार। वाहिगुरु जी का खालसा, वाहिगुरु जी की फतेह। परम सत्कारयोग गुरु रूप गुरु खालसा साध संगत जीओ। साहिब सतगुरु धन धन श्री गुरु ग्रंथ ਸਾਹਿਬ ਮਹਾਰਾਜ सच्चे पातशाह जी की अपार कृपा रहमत बख्शिश हुई है। रोजाना की करामत वेले के सुरदवान सजे ने सजे विद्वानां दे विच गुरु की बाणी दे जाप कीर्तन आप जी ने सदवत कीते दे सुभाव कुछ समय वास्ते चल रही गुरबाणी की गढ़ीवार कथा विचार श्रवण करके होर भी लाभ प्राप्त करिए। सतगुरु से महाराज जी कृपा करन आ रही गुरु की बाणी ते कथा विचार दे अर्थ सतगुरु जी सिर ते फेर परिया हाथ रख करके रसना दे वस के सतगुरु से महाराज जी ऐसी श्रेष्ठ मत बख्शिश करके आप करवा लें। सुभाव श्रवण करके लाभ प्राप्त करिए। कबीर पाहन परमेश्वर किया। भगत कबीर जी पत्थर की उदाहरण दिंदे ने, जिहड़े लोग पत्थरां नूं रब समझ करके पूजदे ने। भगत कबीर जी कहंदे ने, पंडितां दे पिछे लग करके ब्राह्मणां दे पिछे लग करके जिहड़े भाई पत्थरां नूं परमेश्वर जान करके पूजदे हन। सब संसार सारा संसार है पत्थरां दी पूजा करी जा रहा है। ब्राह्मण कहते ने इनू पूजो, ये रब है, इहदे विच ही देवी देवते ने। भगत कबीर जी कहते ने इस तरह देवी देवते जा
ਕਰਕੇ ਸਾਰਾ ਸੰਸਾਰ ਇਹਨਾਂ ਪੱਥਰਾਂ ਨੂੰ ਰੱਬ ਸਮਝ ਕਰਕੇ ਪੂਜ ਰਿਹਾ ਹੈ। ਇਸ ਪਰਵਾਸੇ ਜੋ ਰਹੇ ਆਦਿ ਭਗਤ ਕਬੀਰ ਜੀ ਕਹਿੰਦੇ ਨੇ ਜਿਹੜਾ ਇਸ ਪੱਥਰ ਦੇ ਪ੍ਰਵਾਸੇ ਆਪ ਭਰੋਸੇ ਤੇ ਰਹਿੰਦਾ ਹੈ ਜੀ, ਡੂਬੇ ਕਾਲੀ ਧਾਰ ਕਹਿੰਦੇ ਨੇ ਸਮਾਂ ਆਉਂਦਾ ਹੈ ਪੱਥਰ ਕਿਤੇ ਪਾਣੀ 'ਚ ਡੁੱਬ ਜਾਵੇ ਤੇ ਜਿਹੜੇ ਪੱਥਰਾਂ ਦੇ ਸੰਘਾਲੇ ਰਹਿੰਦੇ ਨੇ ਉਹ ਵੀ ਪਾਣੀ ਦੀਆਂ ਧਾਰਾਂ ਦੇ ਵਿੱਚ ਡੁੱਬ ਜਾਂਦੇ ਨੇ। ਭਾਵ ਕਿ ਪੱਥਰ ਆਪ ਨਹੀਂ ਤਰ ਸਕਦਾ, ਪੱਥਰ ਦਾ ਆਸਰਾ ਲੈਣ ਵਾਲਾ ਵੀ ਪੱਥਰ ਦੇ ਨਾਲ ਹੀ ਡੁੱਬੇਗਾ। ਦੂਜਾ ਅਰਥ ਮਹਾਂਪੁਰਖਾਂ ਨੇ ਕੀਤਾ ਹੈ ਕਬੀਰ ਬਾਣ ਪਰਮੇਸ਼ਰ ਕੀਆ ਪੂਜੈ ਸਭ ਸੰਸਾਰ। ਮਨੁੱਖ ਆਪਣੇ ਇਸ ਸਰੀਰ ਰੂਪੀ ਪੱਥਰ ਨੂੰ ਪੂਜੀ ਜਾ ਰਹੇ ਹਨ। ਭਾਵ ਕਿ ਜੋ ਬ੍ਰਾਹਮਣ ਕਹਿੰਦੇ ਨੇ ਪੈਸਿਆਂ ਕਰਕੇ ਪੂਜਾ ਕਰੋ, ਸਾਨੂੰ ਪੈਸਾ ਦਵੋ, ਦਾਨ ਦਵੋ, ਪੂਜਾ ਕਰਵਾਓ ਸਾਡੇ ਕੋਲੋਂ ਇਤਿਆਦਿਕ ਇਸ ਪ੍ਰਵਾਸੇ ਜੋ ਰਹੇ ਕਹਿੰਦੇ ਨੇ ਜਿਹੜੇ ਸਰੀਰ ਰੂਪ ਪ੍ਰਵਾਸੇ ਤੇ ਰਹਿੰਦੇ ਨੇ, ਮਾਇਆ ਰੂਪ ਪ੍ਰਵਾਸੇ ਤੇ ਰਹਿੰਦੇ ਨੇ, ਉਹ ਸਦਾ ਹੀ ਪੰਜਾਂ ਵਿਕਾਰਾਂ ਦੀ ਅੱਗ ਦੇ ਵਿੱਚ, ਪੰਜਾਂ ਵਿਕਾਰਾਂ ਦੀਆਂ ਧਾਰਾਂ ਦੇ ਵਿੱਚ ਡੁੱਬ ਜਾਂਦੇ ਨੇ। ਉਹਨਾਂ ਨੂੰ ਪੰਜ ਵਿਕਾਰ ਇਹੋ ਜਿਹਾ ਹੱਡ ਲੈ ਕਰਕੇ ਆਉਂਦੇ ਨੇ, ਜ਼ਿੰਦਗੀ ਵਿੱਚ ਰੋੜ ਕਰਕੇ ਲੈ ਜਾਂਦੇ ਹਨ। ਕਬੀਰ ਕਾਗਜ਼ ਕੀ ਉਮਰੀ ਮਸ ਕੇ ਕਰਮ ਕਪਾਟ। ਭਗਤ ਕਬੀਰ ਜੀ ਕਹਿੰਦੇ ਨੇ ਜਿਹੜੇ ਇਹ ਵੈਦ ਨੇ, ਮਾਫ ਕਰਨਾ ਜਿਹੜੇ ਵੇਦ ਨੇ, ਇਹ ਸ਼ਾਸਤਰ ਹਨ, ਇਹ ਸਾਰੇ ਕਹਿੰਦੇ ਕੋਠੀ ਦੀ ਤਰ੍ਹਾਂ ਨੇ। ਤੇ ਜਿਹੜੇ ਬੁੱਢੇ ਕਾਲੀ ਧਾਰ ਤੋਂ ਭਾਵ ਕਰਨਾ, ਮਸ ਕੀ ਕਰਮ ਕਪਾਟ ਤੋਂ ਭਾਵ ਕਿ ਜਿਹੜੇ ਪੰਡਤ ਨੇ, ਬ੍ਰਾਹਮਣ ਲੋਕ ਨੇ, ਕਰਮ ਕਰਾਉਂਦੇ ਨੇ ਲੋਕਾਂ ਦੇ ਕੋਲੋਂ, ਇਹ ਇਸ ਕੋਠੀ ਦੇ ਕਹਿੰਦੇ ਦਰਵਾਜ਼ੇ ਹਨ। ਹੋਰੀ ਮਿੱਠਵੀ ਪੰਡਤ ਬਾਣੀ ਬਾਟ। ਇਸ ਕੈਦ ਖਾਨੇ ਵਿੱਚ ਕਹਿੰਦੇ ਨੇ ਉਹਨਾਂ ਨੇ ਪੱਥਰ ਦੀਆਂ ਮੂਰਤੀਆਂ ਰੱਖੀਆਂ ਨੇ, ਪੱਥਰ ਦੀਆਂ ਮੂਰਤੀਆਂ ਬਣ ਕਰਕੇ ਜਿਹੜੇ ਇਸ ਕੋਠੀ ਦੇ ਅੰਦਰ ਕੈਦ ਨੇ, ਉਹਨਾਂ ਨੂੰ ਕਹਿੰਦੇ ਨੇ ਪੰਜਾਂ ਵਿਕਾਰਾਂ ਰੂਪੀ ਤਖਤੇ ਲੱਗੇ ਨੇ। ਪੰਜਾਂ ਵਿਕਾਰਾਂ ਨੇ ਇਸ ਸੰਸਾਰ ਕੋਠੀ ਵਿੱਚ ਉਹਨਾਂ ਨੂੰ ਕੈਦ ਕੀਤਾ ਹੋਇਆ ਹੈ ਜੀ। ਕਾਲ ਕਰਤਾ ਅਬੇਕਾਰ ਅਬ ਕਰਤਾ ਸੋਇ ਤਾਲ। ਬਾਹਣ ਬੋਲੀ ਪ੍ਰਥਮੀ ਪੰਡਤ ਪਾੜੀ ਪਾਠ। ਕਹਿੰਦੇ ਨੇ ਜਿਹੜੇ ਪੰਡਤ ਲੋਕ ਨੇ ਇਹਨਾਂ ਨੂੰ ਲੋਕਾਂ ਨੂੰ ਪਖੰਡਾਂ ਵਿੱਚ ਲਾ ਦਿੱਤਾ ਹੈ। ਕਿਸੇ ਨੇ ਕੋਈ ਪਖੰਡ ਵਿੱਚ ਤੋਰਿਆ ਹੈ, ਕਿਸੇ ਨੇ ਧੋਣੀਆਂ ਤਾਉਣ ਦੇ ਪਖੰਡ ਵਿੱਚ ਤੋਰਿਆ ਹੈ, ਕਿਸੇ ਨੇ ਕਿਵੇਂ ਕੋਈ ਕਾਰਜ ਕੀਤਾ ਹੈ। ਸਤਿਗੁਰੂ ਸਾਹਿਬ ਮਹਾਰਾਜ ਜਿਵੇਂ ਗੁਰੂ ਕੀ ਬਾਣੀ ਦਾ ਵੀ ਵਚਨ ਹੈ ਕਿ ਜਿਹੜੇ ਪੱਥਰਾਂ ਨੂੰ ਦੇਵ ਕਹਿੰਦੇ ਨੇ ਉਹ ਪੱਥਰ ਹੀ ਬਣ ਕੇ ਰਹਿ ਜਾਂਦੇ ਨੇ। ਹੁਣ ਜਿਹੜਾ ਸਾਧ ਸੰਗਤ ਜੀ ਆਪ ਪੱਥਰ ਹੈ ਉਹ ਦੂਜਿਆਂ ਨੂੰ ਕਿਵੇਂ ਤਾਰੇਗਾ। ਆਪ ਅਸੀਂ ਵੇਖਦੇ ਹਾਂ ਸੰਸਾਰ ਦੇ ਵਿੱਚ ਲੋਕ ਪੱਥਰਾਂ ਦੀ ਪੂਜਾ ਕਰਦੇ ਨੇ, ਪੀਰਾਂ ਫਕੀਰਾਂ ਨੂੰ ਮੰਨਦੇ ਨੇ, ਪੱਥਰਾਂ ਦੇ ਨਾਲ ਬਣੀਆਂ ਹੋਈਆਂ ਕਬਰਾਂ ਉਹਨਾਂ ਨੂੰ ਮੰਨੀ ਜਾਂਦੇ ਨੇ। ਪਰ ਉਹ ਜਿਹੜਾ ਆਪ ਪੱਥਰਾਂ ਵਿੱਚ ਹੈ ਉਹ ਤੁਹਾਨੂੰ ਕੀ ਅੰਮ੍ਰਿਤ ਦੀ ਦਾਤ ਦੇਵੇਗਾ। ਬੰਦੇ ਦਾ ਮਨ ਤੇ ਪਹਿਲਾਂ ਹੀ ਪੱਥਰ ਬਣਿਆ ਹੋਇਆ ਹੈ। ਇਹ ਵਿਕਾਰਾਂ ਨੇ ਇਹੋ ਜਿਹਾ ਕਬਜ਼ਾ ਕੀਤਾ ਹੈ ਕਿ ਜਿਹੜੀ ਕਾਗਜ਼ ਕੀ ਉਬਰੀ ਮਸ ਕੇ ਕਰਮ ਕਪਾਟ ਵਾਲੀ ਗੱਲ ਬਣੀ ਪਈ ਹੈ। ਪੰਜਾਂ ਵਿਕਾਰਾਂ ਨੇ ਕੋਠੀ ਪਾਈ ਹੈ, ਤਖਤੇ ਲਾਏ ਨੇ, ਆਪਣੇ ਦਰਵਾਜ਼ੇ ਬੰਦ ਕੀਤੇ ਨੇ, ਕੁੱਟੇ ਮਾਰ ਕੇ ਬੰਦਾ ਬਾਹਰ ਹੀ ਨਹੀਂ ਆ ਸਕਦਾ। ਇਹੋ ਜਿਹੇ ਪਖੰਡ ਇਹਨਾਂ ਲੋਕਾਂ ਨੇ ਇਨਸਾਨ ਨੂੰ ਲਾ ਦਿੱਤੇ ਨੇ। ਇਨਸਾਨ ਵਹਿਮਾਂ ਭਰਮਾਂ ਵਿੱਚੋਂ ਬਾਹਰ ਆ ਹੀ ਨਹੀਂ ਸਕਦਾ। ਜਿਹੜਾ ਆਪ ਹੀ ਪੱਥਰ ਹੈ ਸਾਧ ਸੰਗਤ ਜੀ, ਦੂਜਿਆਂ ਨੂੰ ਕੀ ਤਾਰੇਗਾ। ਗੁਰੂ ਆਪ ਜੋ ਕਰਨੀ ਕਰੇ, ਜੋ ਆਪ ਗੁਰੂ ਕਰਨੀ ਦੇ ਵਿੱਚ ਪੂਰਾ ਹੈ, ਉਹੀ ਆਪਣੇ ਸਿੱਖ ਦਾ ਉਦਾਰ ਕਰ ਸਕਦਾ ਹੈ। ਜੇ ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਆਪਣਾ ਸਾਰਾ ਪਰਿਵਾਰ ਵਾਰਿਆ, ਗੁਰੂ ਜੀ ਕਰਨੀ ਦੇ ਪੂਰੇ ਸੀ, ਫਿਰ ਹੀ ਗੁਰੂ ਕੇ ਸਿੱਖਾਂ ਨੇ ਇੰਨੀਆਂ ਕੁਰਬਾਨੀਆਂ ਦੇ ਦਿੱਤੀਆਂ। ਨਹੀਂ ਤਾਂ ਕਹਿਣ ਵਾਲੇ ਲੋਕ ਇਹ ਵੀ ਕਹਿ ਸਕਦੇ ਸੀ ਕਿ 10ਵੇਂ ਪਾਤਸ਼ਾਹ ਨੇ ਸਿੰਘ ਸ਼ਹੀਦ ਕਰਵਾ ਕੇ ਆਪਣਾ ਪਰਿਵਾਰ ਸਾਂਭ ਲਿਆ। ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਹਿਲਾਂ ਆਪਣਾ ਪਰਿਵਾਰ ਸ਼ਹੀਦ ਕਰਵਾਇਆ, ਫਿਰ ਜਾਨਾਂ ਤੋਂ ਪਿਆਰੇ ਸਿੰਘ ਵੀ ਸ਼ਹੀਦ ਹੋਏ। ਕੱਲ ਨੂੰ ਇਹ ਨਾ ਕੋਈ ਕਹੇ ਕਿ ਗੁਰੂ ਨੇ ਆਪਣਾ ਪਰਿਵਾਰ ਸਾਂਭ ਲਿਆ। ਗੁਰੂ ਆਪਣੀ ਕਰਨੀ ਵਿੱਚ ਪੂਰਾ ਨਹੀਂ ਹੈ।
महाराज सच्चे पातशाह जी आप करनी दे पूरे सतगुरु साहिब महाराज जी ने करनी नूं मुख रखिया है। जिहड़ा आप ही साध संगत दी पत्थर है, आप पत्थरां विच कई सालां तो कबर बना करके दब दिता गया। समा आया किसी ने दीवा बालता, दीवा बालण तो बाद ओनू कोई पीर मनन लग पिया। किसी ने कोई नाम रख दिता, किसी ने कोई नाम रख दिता। पर प्यारो है तो दी कबर दे विच हड्डियां ही मारे करके कोई वापस नहीं ना आउंदा। मारे करके जे गरीब बंदा नहीं आ सकता, फिर अमीर बंदा किवें आ सकदा। सरो विचार ਜਿਹੜੇ ਆਪ ਇਸ ਸੰਸਾਰ ਤੋਂ ਚੱਲ ਵਸੇ ਨੇ, ਮਰ ਗਏ ਨੇ, ਪੱਥਰਾਂ ਵਿੱਚ ਦੱਬੇ ਗਏ ਨੇ, ਉਹ ਦੂਜਿਆਂ ਨੂੰ ਕਦੀ ਵੀ ਨਹੀਂ ਤਾਰ ਸਕਦੇ। ਭਗਤ ਕਬੀਰ ਜੀ ਇਹ ਗੱਲ ਕਹਿੰਦੇ ਨੇ ਇੱਕ ਤਾਂ ਕਰਮ ਕਾਂਡਾਂ ਨੇ ਇਸ ਸਾਰੀ ਧਰਤੀ ਨੂੰ ਦੱਬਿਆ ਹੋਇਆ ਹੈ। ਪੰਡਿਤ ਪਾੜੀ ਵਾਟ ਰਹਿੰਦਾ ਜਿਹੜਾ ਰਹਿ ਗਿਆ ਦੁਨੀਆ ਦੇ ਉੱਤੇ, ਨਾਮ ਪਰਮਾਤਮਾ ਦਾ ਭਜਨ ਬੰਦਗੀ ਵਾਲੇ ਲੋਕ ਰਹਿ ਗਏ। ਉਹਨਾਂ ਨੂੰ ਇਹਨਾਂ ਬ੍ਰਾਹਮਣਾਂ ਨੇ, ਪੰਡਿਤ ਲੋਕਾਂ ਨੇ ਆਪਣੇ ਕਰਮਾਂ ਦੇ ਵਿੱਚ ਪਾੜ ਕਰਕੇ ਰੱਖਿਆ ਹੈ। ਮਾਫ ਕਰਨਾ, ਜਿਹੜੇ ਪਰਮਾਤਮਾ ਦੇ ਰਸਤੇ ਦੀ ਜੋ ਵਾੜ ਹੈ ਨਾ, ਉਹਨੂੰ ਪਾੜ ਕਰਕੇ ਰੱਖਿਆ ਹੈ। ਪਾਪ ਕਿ ਜਿਹੜਾ ਰਸਤਾ ਜਾਂਦਾ ਹੈ ਨਾ, ਉਹਦੇ ਤੇ ਇਹੋ ਜਿਹੇ ਕਰਮ ਕਾਂਡ ਪਾ ਦਿੱਤੇ ਨੇ, ਭਾਈ ਇਵੇਂ ਕਰੋਗੇ ਤਾਂ ਪਰਮਾਤਮਾ ਦੀ ਪ੍ਰਾਪਤੀ ਹੋਵੇਗੀ, ਇਦਾਂ ਕਰੋਗੇ ਤਾਂ ਜਾ ਕੇ ਪਰਮਾਤਮਾ ਦੀ ਪ੍ਰਾਪਤੀ ਹੋਵੇਗੀ। ਸੋ ਵਿਚਾਰ ਭਗਤ ਕਬੀਰ ਜੀ ਕਹਿੰਦੇ ਇਵੇਂ ਇਹਨਾਂ ਲੋਕਾਂ ਨੂੰ ठग के रखिया है। ब्राह्मण पंडित लुट गए ने। अगे विचार बख्शिश करते हैं कि कबीर काल करंदा अबह कि जेड़ा कारज बंदिया तू कल नूं करना है ना, मन में तू सोचिया कि मैं कल नूं जा करके कारज करांगा, अज मैं विश्राम कर लवां, अज मैं सौ जावां। या रात बंदा सोचदा मैं सवेरे कर लवांगा, हुण मैं आराम कर लवां। पर भगत कबीर जी कहते ने भाई ਇਹੋ ਜਿਹਾ ਜਿਹੜਾ ਤੇਰਾ ਕਾਰਜ ਹੈ ਨਾ, ਜਿਹੜਾ ਤੂੰ ਆਉਣ ਵਾਲੇ ਸਮੇਂ ਵਿੱਚ ਕਰਨਾ ਹੈ, ਉਹ ਤੂੰ ਹੁਣ ਹੀ ਕਰ ਲੈਣਾ ਕਰ, ਅੱਗੇ ਸਮੇਂ ਤੇ ਨਾ ਪਾ, ਕਿਉਂਕਿ ਕੀ ਪਤਾ ਅਗਲਾ ਸਮਾਂ ਵੇਖਣਾ ਹੈ ਜਾਂ ਨਹੀਂ। ਆਪ ਕਰਤਾ ਸੋਏ ਤਾਲ। ਭਗਤ ਕਬੀਰ ਜੀ ਕਹਿੰਦੇ ਨੇ ਜਿਹੜਾ ਹੁਣ ਕਰਨਾ ਹੈ ਨਾ, ਹੁਣ ਪਹਿਲਾਂ ਤੇ ਜਿਹੜਾ ਕੱਲ ਕਰਨਾ ਤੂੰ ਹੁਣ ਕਰ, ਤੇ ਜਿਹੜਾ ਹੁਣ ਤੂੰ ਕਰਨ ਲੱਗਾ ਹੈ ਉਹਦੇ ਵਿੱਚ ਵੀ ਇਤਾਲ ਤੋਂ ਭਾਵ ਕਿ ਸੋਏ ਤਾਲ ਤੋਂ ਭਾਵ ਇਤਕਾਰ ਤੋਂ, ਸੋਏ ਤਾਲ ਤੋਂ ਬਣਨਾ ਇਤਾਲ, ਇਤਾਲ ਤੋਂ ਭਾਵ ਸ਼ੀਘਰ। ਜਿਹੜਾ ਹੁਣ ਕਰ ਲੱਗਾ ਨਾ, ਭਗਤ ਕਬੀਰ ਜੀ ਕਹਿੰਦੇ ਭਲਿਆ ਬੰਦਿਆ ਤੂੰ ਇਹਦੇ ਵਿੱਚ ਵੀ ਨਾ ਦੇਰੀ ਕਰ। ਕਿ ਇੱਕ ਤਾਂ ਕੱਲ ਕਰਨਾ ਹੈ, ਉਹਨੂੰ ਕਹਿੰਦੇ ਅੱਜ ਤੇ ਲੈ ਆ। ਜਦੋਂ ਉਹਨੂੰ ਅੱਜ ਤੇ ਲੈ ਆ, ਉਹਨੂੰ ਹੁਣੇ ਹੀ ਕਰ ਲੱਗਾ ਹੈ, 5 ਮਿੰਟਾਂ ਤੱਕ ਕੰਮ ਕਰ ਦੇਣਾ। ਭਗਤ ਕਬੀਰ ਜੀ ਕਹਿੰਦੇ ਜਿੱਥੇ 5 ਲੱਗਣੇ ਨੇ, ਉੱਥੇ ਇੱਕ ਜੀ ਉਹਨੂੰ ਕਰਨਾ ਕਰ। क्यों इतना जोर देंदे ने, कहंदे ने पाछे कशु ना होएगा, कि पिछों कहंदे फेरे कारज नहीं होने। सिर पर आवा काल, क्योंकि जब सिर ते मौत आ गई, फिर मौत ने कोई भी तेनू काम कर नहीं देना। इस करके जेड़ा कल करना है ਉਹਨੂੰ ਅੱਜ ਕਰ ਲੈ, ਜਿਹੜਾ ਹੁਣ ਕਰ ਲੱਗਾ ਹੈ ਇਹਦੇ ਵਿੱਚ ਭੋਰਾ ਵੀ ਦੇਰੀ ਨਾ ਕਰ। हर जपदियां ढेलना कीजई मेरी जिंदड़ी है, मत साहो आवे कि ना आवेगा। बंदिया की पता तेन अगला साह आना है या नहीं आना, इस करके ढेलना कर परमात्मा के नाम दे विच। बाणी पढ़नी है, कोई आपां कारज करना है, बंदे दे मन विच हुंदा मैं थोड़ा होर आराम कर लवां, और सौ लवां 5 मिनटां तक बाद कर लवांगे। पर पढ़िया की पता जेडे अगले आउण वाले 5 मिनट ने, 10 मिनट ने, 15 मिनट तेरे मौत दे विच बदल जाण, फिर की करेगा। पर बंदे नूं गुरु दा डर नहीं ना रिहा। जिन्हों गुरु दा डर होवे वो कदी इवें नहीं करेगा, पर जिसनों गुरु दा डर नहीं वो सोचेगा हुण नहीं कीता 10 मिनटां तक कर लवांगा, 15 तक कर लवांगा, 20 वो इवें हर कारज अगे अगे पाई जावेगा। सो भगत कबीर जी सानू जिंदगी दी विचार बख्शिश करदे ने, बंदिया जेड़ा काम तू कल करना है ना, ओनू हुण ते कर, जेड़ा हुण करना है तू ओदे विच भी देरी ना कर। क्यों? क्योंकि बंदिया भोरा जिन्ना भी भरोसा नहीं कि तेरा अगला समा किवें दा आवेगा, तेरे सिर ते काल आ जावेगा। जी कबीर ऐसा जंत एक देखिया, भगत कबीर जी
गल 'ਚ 4 माला पाइयां सी। पंडित लोग जिवें माला पा के रखते ने ते माला पा के दूजिਆਂ ਨੂੰ ਵਿਖਾਉਂਦੇ ਨੇ कि ਵੇਖਣ वाले लोग सानू बड़े जिवें भगती करन वाले मनण कि ਅਸੀਂ बड़ी भगती करते हैं। माला पा के ਉਹਨਾਂ ਨੇ जिवें बहुतिਆਂ ਦੇ पेख ਹੁੰਦੇ ने पेख बना के रखते ने सिखां वाला, पर अंदर गुण कोई नहीं सिखां। लोग समझते ने शायद बड़े सिखां वाले गुण ने, पर अंदर कोई सिखां वाला गुण ना होना, बाणी के नाल श्रद्धा नहीं होनी, कोई मर्यादा के नाल श्रद्धा नहीं, कोई जीवन के नाल कोई मतलब ही नहीं। जीवन है या नहीं है, या इस जीवन को बनाना है, मान मर्यादा रखनी, कोई मतलब नहीं। उसके परथाए भगत कबीर जी ने फिर उस गल श्लोक उचारिया उन्होंने वेख कहते ने कबीर ऐसा जन देख देखिया, कहते एहो जिहा एक मनुख असीं वेखना कीता, धोई लाख, कहते ने ओदी धोती होई जिहड़ी लाख है बहुत चमकदी है जी। चंचल बहु गुना, दिसे चंचल बहु गुना, कहते ने बहुता ज्यादा वेखण नूं बड़ा सियाणा लगदा है, लोकां दे विच बड़ा चंचल है। आओ अगे सुनिए। ना ना हर भगत कबीर जी कहते ने मतहीना ना पाक, अपने आप दे विच तां बड़ा सियाणा कहाउंदा है, पर केवल बाहरी पेख बनाया, अंदरों परमात्मा दे नाल कोई श्रद्धा नहीं। तो इस करके कहते ने अंदरों नाल परमात्मा दे नाल देव जुड़ी नहीं, बाहरी पेख माफ करना, बाहरी पेख बना करके दिखाउंदा है मैं परमात्मा की बड़ी बंदगी करदा। पर भगत कबीर जी कहते साडी निगाह दे विच ये मनुख मतहीना ना पाक, मत तो हीना अज्ञानी है, ते ना पाक है पाव, ना पाक दा अर्थ हुंदा ना पाक दा पाक पवित्र, आप पवित्र है जी। वीर मेरी बुद्ध को, अगे भगत कबीर जी अपने परथाए बड़े निम्रता भरे वचन एक श्लोक के द्वारा उचारते ने, कहते ने कबीर मेरी बुद्ध को। भगत कबीर जी कहते ने जिहड़ी मेरी मत है ना, क्योंकि पहला मत की गल कीती है कि बाहरी पेख बड़ा ज्ञानियां वाला है, बड़ा ज्ञान वाला है, हत्थां विच माला पाईयां ने, मुद्रा पाईयां होईयां ने, शरीर दे उत्ते सवाह मड़ी है, साध वाला पेख बनाए त्यालक बड़ा चंचल बन के विखाउंदा कि मैं बड़ा सियाणा हां, लोकां विच बड़ा सियाणा हां। पर जदों ही अपने अंदर झाती मारी ते अंदरों लेवड़ी जुड़ी परमात्मा दे नाल। सो हुण भगत कबीर जी अपनी लेव दी गल करदे ने कि साडी भी परमात्मा दे नाल लेव किवें जुड़ी है। कहंदे ने कबीर मेरी बुद्ध को, कहंदे साडी ये मत नूं जेड़े ये जाम ने ना, जाम ਜਿਹੜੇ ਬੰਦੇ ਨੂੰ ਮਾਰ ਕਰਕੇ ਲੈ ਜਾਂਦੇ ਨੇ ਕਿ ਜਮ ਨਾ ਕਰੇ ਤਸਕਾਰ ਸਮਝ ਛੋ ਵੀ ਨਹੀਂ ਸਕਦੇ, ਉਹ ਮੇਰੀ ਮੱਤ ਨੂੰ ਹੱਥ ਵੀ ਨਹੀਂ ਲਾ ਸਕਦੇ, ਪਾਪ ਪੂਰਾ ਜਿੰਨਾ ਵੀ ਸਪਰਸ਼ ਨਹੀਂ ਕਰ ਸਕਦੇ। ਕਿਉਂਕਿ ਭਗਤ ਕਬੀਰ ਜੀ ਕਹਿੰਦੇ ਨੇ ਜਿਨ੍ਹਾਂ ਨੇ ਜਿਸ ਪ੍ਰਮਾਤਮਾ ਨੇ ਇਹਨਾਂ ਜਮਾਂ ਨੂੰ ਪੈਦਾ ਕੀਤਾ ਹੈ, जिस परमात्मा के हुक्म दे विच जम बंदे नूं लैण वास्ते आउंदे हन, डब्बिया परवतगार कहंदे ने ओ प्रभु परमात्मा पालनहार परवतगार नूं असीं जपना कीता है, जिन्ने खुद इन्हां जमां नूं सिरजिया। इस करके ये ते हो गया पहला अर्थ दुनियावी तौर पे, अध्यात्मिक तौर पे दूजा अर्थ हुण है। फिर पढ़ो जी। भगत कबीर जी कहते ने मेरी मन की जिहड़ी बुद्धि है ना, अंदर ज्ञानता उन्हां नूं पंजां विकारां रूपी काम क्रोध लोभ मोह हंकार ही पंज जिहड़े जाम ने ना, जिहड़े बंदे नूं धर्म दा काम नहीं करन दिंदे। ईर्खा मन विच लिया दिंदे ने, धोखा लिया दिंदे ने, झूठ ले आउंदे ने मन दे विच। कहंदे ने जेड़ी मेरी अंदरली मत है ना, मेरा ज्ञान है, मेरी मत है, ओनू गुरु की ऐसी कृपा है कि पंज विकार स्पर्श नहीं कर सकते। क्योंकि जिस परमात्मा ने हुण जम्मुआं तो भाव लेना है शरीर, ये जिहड़ा शरीर जिस परमात्मा ने सिरजना कीता है जी, असीं उस शरीर दे रचण वाले परमात्मा नूं, शरीर दे मालिक नूं असीं पर उस मालिक नूं परमात्मा नूं जपना कीता है।
जिस मालिक ने इस देही ਨੂੰ ਬਣਾਇਆ ਹੈ ਅਸੀਂ ਉਹਦੇ ਹੀ ਚਰਨ ਖੜੇ ਹੋਏ ਨੇ। ਇਸ ਕਰਕੇ ਜਿਹੜੇ ਪੰਜ ਵਿਕਾਰ ਨੇ ਸਾਡੀ ਦੇਹੀ ਨੂੰ ਮੇਰੀ ਮਨ ਨੂੰ ਹੱਥ ਨਹੀਂ ਲਾ ਸਕਦੇ, ਤਿਰਸਕਾਰ ਨਹੀਂ ਕਰ ਸਕਦੇ। ਦੂਸਰਾ ਅਰਥ ਹੈ ਜੀ ਕਬੀਰ ਕਸਤੂਰੀ ਭਇਆ। ਭਗਤ ਕਬੀਰ ਜੀ ਹੁਣ ਭਗਤੀ ਕਰਨ ਵਾਲਿਆਂ ਦੇ ਬਚਨ ਕਰਦੇ ਨੇ, ਕਹਿੰਦੇ ਨੇ ਪ੍ਰਮਾਤਮਾ ਦੀ ਭਗਤੀ ਕਰਕੇ ਮਨ ਕਸਤੂਰੀ ਦੇ ਵਾਂਗ ਸੁਹਾਵਣਾ ਹੋ ਜਾਂਦਾ ਹੈ। ਕਸਤੂਰੀ ਦੇ ਵਿੱਚੋਂ ਜਿਵੇਂ ਸੁਗੰਧੀ ਆਉਂਦੀ ਹੈ, ਕਹਿੰਦੇ ਇਵੇਂ ਪ੍ਰਮਾਤਮਾ ਦੀ ਭਗਤੀ ਕਸਤੂਰੀ ਰੂਪੀ ਹੈ। ਪ੍ਰਮਾਤਮਾ ਦੇ ਜਿਹੜੇ ਭਗਤ ਨੇ ਸਾਰੇ ਭੌਰਿਆਂ ਦੇ ਵਾਂਗ ਆਸ਼ਿਕ ਹੋ ਕਰਕੇ ਬੈਠੇ ਨੇ ਸੁਗੰਧੀ ਲੈਣ ਵਾਸਤੇ ਪ੍ਰਮਾਤਮਾ ਦੇ ਨਾਮ ਦੀ। ਜੋ ਭਗਤ ਕਬੀਰ ਕੀ। ਤੇ ਭਗਤ ਕਬੀਰ ਜੀ ਕਹਿੰਦੇ ਨੇ ਜਿਵੇਂ ਜਿਵੇਂ ਰੱਬ ਦੇ ਪਿਆਰੇ ਪ੍ਰਮਾਤਮਾ ਦੀ ਭਗਤੀ ਕਰਦੇ ਹਨ, ਰਾਮ ਕਹਿੰਦੇ ਉਵੇਂ ਉਵੇਂ ਰੱਬ ਦੇ ਪਿਆਰੇ ਜਦੋਂ ਭਗਤੀ ਕਰਦੇ ਨੇ ਰੱਬ ਦੀ, ਵਾਹਿਗੁਰੂ 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 ਜਪਦੇ ਨੇ, ਉੱਚੀ ਉੱਚੀ ਵਾਹਿਗੁਰੂ ਵਾਹਿਗੁਰੂ ਕਰਦੇ ਨੇ, ਕਹਿੰਦੇ ਉਦੋਂ ਉਦੋਂ ਹੀ ਭਗਤੀ ਕਰਨ ਦੇ ਨਾਲ ਪ੍ਰਮਾਤਮਾ ਦਾ ਨਿਵਾਸ ਭਗਤਾਂ ਦੇ ਹਿਰਦੇ ਦੇ ਵਿੱਚ ਹੁੰਦਾ ਜਾ ਰਿਹਾ। ਪ੍ਰਮਾਤਮਾ ਨਾਲ ਦੀ ਨਾਲ ਆਪਣਾ ਵਾਸਾ ਕਰੀ ਜਾ ਰਿਹਾ ਹੈ ਜੀ। ਵੀਰ ਕਹਿ ਗੱਜ ਪਰਿਓ ਕੁਟੰਬ ਕੈ। ਅੱਗੇ ਭਗਤ ਕਬੀਰ ਜੀ ਉਹਨਾਂ ਦੇ ਪਰਥਾਏ ਬਚਨ ਕਰਦੇ ਨੇ ਜਿਹੜੇ ਲੋਕ ਸਾਰੀ ਉਮਰ ਆਪਣੇ ਪਰਿਵਾਰਾਂ ਦੀ ਪਾਲਣਾ ਵਿੱਚ ਹੀ ਲੱਗੇ ਰਹਿੰਦੇ ਕਿ ਉਹਨਾਂ ਦੇ ਕੋਲ ਪ੍ਰਮਾਤਮਾ ਦੇ ਲਈ ਸਮਾਂ ਹੀ ਨਹੀਂ ਹੈ, ਗੁਰੂ ਦੀ ਬੰਦਗੀ ਕਰਨ ਦੇ ਲਈ ਸਮਾਂ ਨਹੀਂ, ਸਦਾ ਹੀ ਪੰਜਾਂ ਵਿਕਾਰਾਂ ਦੇ ਵਿੱਚ ਤੇ ਪਰਿਵਾਰ ਦੇ ਮੋਹ ਮਾਇਆ ਵਿੱਚ ਹੀ ਗਸਤ ਰਹਿੰਦੇ ਨੇ। ਕਬੀਰ ਕਹਿ ਗੱਜ ਪਰਿਓ ਕੁਟੰਬ ਕੈ, ਕਹਿੰਦੇ ਜੋ ਮਨੁੱਖ ਟੱਬਰ ਦੀ ਗਾੜ ਦੇ ਵਿੱਚ ਭਾਵ ਇੱਕ ਟੱਬਰ ਦੇ ਆਪਣੇ ਪਰਿਵਾਰ ਦੀ ਗਾੜ ਦੇ ਵਿੱਚ ਗਚਾ ਗਚ ਰਹਿੰਦਾ ਹੈ, ਭਾਵ ਉਹਦੇ ਵਿੱਚ ਖਚਤ ਰਹਿੰਦਾ ਹੈ ਜੀ। ਸਾਰੀ ਉਮਰ ਪਰਿਵਾਰ ਦੀ ਚਿੰਤਾ ਵਿੱਚ ਹੀ ਖਚਤ ਰਿਹਾ, ਉਹਨੂੰ ਪਾਲਣ ਪੋਸ਼ਣ ਵਿੱਚ ਖਚਤ ਰਹਿਣਾ ਕੀਤਾ, ਕਾਂਠੇ ਰਹਿ ਗਏ ਰਾਮ, ਕਹਿੰਦੇ ਕਿਨਾਰੇ ਤੇ ਹੀ ਪ੍ਰਮਾਤਮਾ ਦਾ ਨਾਮ ਰਹਿ ਗਿਆ, ਕਿਨਾਰੇ ਤੋਂ ਅੱਗੇ ਆਇਆ ਹੀ ਪ੍ਰਮਾਤਮਾ ਦਾ ਨਾਮ। ਆਏ ਪਰੇ ਧਰਮ ਰਾਏ ਕੇ। ਆਏ ਪਰੇ ਧਰਮ ਰਾਏ ਕੇ, ਕਹਿੰਦੇ ਅਜਿਹੀ ਕੜਾ ਵਰਤੀ ਜਦੋਂ ਕੋਈ ਸਮਾਂ ਆਇਆ ਤੇ ਉਦੋਂ ਕਾਲ ਨੇ ਆ ਕਰਕੇ ਗਰਾਸ ਲਿਆ। ਜਿਵੇਂ ਵਿਆਹ ਸ਼ਾਦੀਆਂ ਤੇ ਇਸਤਰੀਆਂ ਗਿੱਧਾ ਪਾਉਂਦੀਆਂ ਨੇ, ਮਨੁੱਖ ਭੰਗੜਾ ਪਾਉਂਦੇ ਨੇ ਤੇ ਆਪਦੇ ਖੁਸ਼ੀਆਂ ਮਨਾਉਂਦੇ ਨੇ, ਕਹਿੰਦੇ ਫਿਰ ਜਿਹੜੇ ਬੰਦੇ ਸਾਰੀ ਉਮਰ ਪਰਿਵਾਰਾਂ ਦੇ ਵਿੱਚ ਹੀ ਖਚਤ ਰਹਿੰਦੇ ਨੇ ਨਾ ਮੋਹ ਮਾਇਆ ਦੇ ਵਿੱਚ, ਇਸ ਲੋਭ ਦੇ ਵਿੱਚ ਮਾਇਆ ਦੇ ਵਿੱਚ ਕਾਮ ਦੇ ਵਿੱਚ ਗ੍ਰਸਤ ਰਹਿੰਦੇ ਨੇ, ਕਹਿੰਦੇ ਫਿਰ ਉਹਨਾਂ ਦੇ ਪਰਿਵਾਰਾਂ ਨੂੰ ਉਸ ਕਾਲ ਨੇ ਆ ਕਰਕੇ ਧੂਮਾ ਧੂਮ ਪਾਪ ਦੀ ਜਦੋਂ ਧੂਮਾ ਧੂਮ ਖੁਸ਼ੀਆਂ ਮਨਾ ਰਹੇ ਸੀ ਉਹਦੇ ਵਿੱਚ ਹੀ ਆ ਕਰਕੇ ਮੌਤ ਨੇ ਲੈ ਲਈ, ਉਹਦੇ ਵਿੱਚ ਹੀ ਆ ਕਰਕੇ ਮੌਤ ਨੇ ਆਹ ਲੈ ਲਿਆ, ਮਾਫ ਕਰਨਾ ਮੌਤ ਨੇ ਜੱਫਾ ਪਾੜਿਆ ਕਰਦੀ, ਫਿਰ ਉਹਦੇ ਵਿੱਚ ਹੀ ਇੱਕ ਕਾਲ ਨੇ ਆ ਕਰਕੇ ਧਰਮ ਰਾਏ ਤੇ ਜਮਦੂਤਾਂ ਨੇ ਆ ਕਰਕੇ ਸਾਧ ਸੰਗਤ ਜੀ ਆ ਕਰਕੇ ਤੇਰੇ ਪਿਓ ਨੂੰ ਮਾਰ ਦਿੱਤਾ, ਤੇਰੇ ਪਿਤਾ ਦੀ ਮੌਤ ਹੋ ਗਈ, ਮਾਤਾ ਦੀ ਮੌਤ ਹੋ ਗਈ, ਭਰਾ ਦੀ ਮੌਤ ਹੋ ਗਈ। ਜਿਵੇਂ ਖੁਸ਼ੀ ਦਾ ਮੌਕਾ ਹੋਵੇ ਉੱਥੇ ਖੁਸ਼ੀਆਂ ਦੇ ਗੀਤ ਗਾਏ ਜਾ ਰਹੇ ਨੇ, ਕੋਈ ਇਹੋ ਜਿਹਾ ਕਾਰਜ ਬਣ ਜਾਵੇ, ਇਹੋ ਜਿਹਾ ਕਾਰਨ ਬਣ ਜਾਵੇ, ਕਿਸੇ ਦੀ ਮੌਤ ਹੋ ਜਾਵੇ, ਰੋਣਾ ਪਿੱਟਣਾ ਪੈ ਜਾਵੇ, ਕਹਿੰਦੇ ਨੇ ਇਹੋ ਜਿਹਾ ਕਾਰਜ ਪਰਮਾਤਮਾ ਰਜਾ ਵਿੱਚ ਹੋ ਰਿਹਾ ਹੈ। ਫਿਰ ਧੂਮਾ ਧਾਮ ਦੇ ਵਿੱਚ ਹੀ ਆ ਕਰਕੇ ਜਿਹੜੇ ਜੰਮ ਨੇ ਨਾ ਬੰਦੇ ਨੂੰ ਲੈ ਜਾਂਦੇ ਹਨ। ਸਾਗਰ ਤੇ ਸ਼ੂਕਰ ਭਲਾ। ਇਸ ਕਰਕੇ ਭਗਤ ਕਬੀਰ ਜੀ ਕਹਿੰਦੇ ਨੇ ਦੁਨੀਆ ਦੇ ਲੋਕੋ ਇਹ ਸਾਖਤ ਹੋਣ ਦੇ ਨਾਲੋਂ ਸੂਰ ਹੀ ਚੰਗਾ ਹੈ। ਸਾਖਤ ਬੰਦੇ ਦੇ ਨਾਲੋਂ, ਸਾਖਤ ਬਿਰਤੀ ਵਾਲੇ ਮਨੁੱਖ ਦੇ ਨਾਲੋਂ ਸੂਰ ਗੰਦਗੀ ਖਾਂਦਾ ਹੈ। ਭਗਤ ਕਬੀਰ ਜੀ ਕਹਿੰਦੇ ਉਹ ਸੂਰ ਜਾਨਵਰ ਹੀ ਚੰਗਾ ਹੈ। ਕਿਉਂ ਚੰਗਾ ਹੈ ਉਹ ਸਰਵਣ ਕਰੀਏ। ਕਿਉਂਕਿ ਸੂਰ ਇੱਕ ਨਗਰ ਦੇ ਵਿੱਚ ਰਹਿੰਦਾ ਹੈ ਤੇ ਨਗਰ ਵਿੱਚ ਰਹਿ ਕਰਕੇ ਨਗਰ ਨੂੰ ਸਾਫ਼ ਕਰਦਾ ਹੁੰਦਾ, ਕਿਉਂਕਿ ਸੂਰ ਦਾ ਕੰਮ ਹੈ ਗੰਦਗੀ ਖਾਣਾ। ਉਹਨੂੰ ਜਿੱਥੇ ਗੰਦਗੀ ਲੱਗੀ ਉਹਦੇ ਗੰਦਗੀ ਖਾ ਕੇ ਜਗ੍ਹਾ ਨੂੰ ਸਾਫ਼ ਕਰ ਦੇਣਾ, ਉਹਨੂੰ ਚੰਗੀ ਤਰ੍ਹਾਂ ਨਹੀਂ ਛੱਡਣਾ ਹੈ। ਉਹ ਭਗਤ ਕਬੀਰ ਜੀ ਕਹਿੰਦੇ ਇਸ ਕਰਕੇ ਸਾਖਤ ਦੇ ਨਾਲੋਂ ਤਾਂ ਸੂਰ ਚੰਗਾ, ਕਿਉਂਕਿ ਸਾਖਤ ਬੰਦੇ ਨੇ, ਚੁਗਲਖੋਰ ਬੰਦੇ ਨੇ, ਧੋਖੇਬਾਜ਼ ਬੰਦੇ ਨੇ, ਈਰਖਾਲੂ ਬੰਦੇ ਨੇ ਹੱਥਾਂ ਤੇ ਗੰਦਗੀ ਫੈਲਾਉਣੀ ਹੈ। ਉਹਨੇ ਝੂਠ ਫੈਲਾਉਣਾ ਹੈ, ਝੂਠ ਹੈ, ਗੰਦਗੀ ਚਿੱਕੜ ਹੈ। ਉਹਨੇ ਹਰ ਇੱਕ ਜਗ੍ਹਾ ਤੇ ਇਧਰੋਂ ਸੁਣੀ
ਕੀ ਗੱਲ ਉਧਰ ਲਾ ਦਿੱਤੀ, ਉਧਰ ਦਾ ਝਗੜਾ ਕਿਸੇ ਦੇ ਗੱਲ ਪਾ ਦਿੱਤਾ। ਕਹਿੰਦੇ ਇਵੇਂ ਸਾਖਤ ਬੰਦਾ ਤਾਂ ਹਰ ਜਗ੍ਹਾ ਤੇ ਹੀ ਝਗੜਾ ਪਾਵੇਗਾ, ਮੋਹ ਦਾ ਚਿੱਕੜ ਸੁੱਟੇਗਾ, ਗੰਦਗੀ ਫੈਲਾਵੇਗਾ। ਪਰ ਸਾਖਤ ਬੰਦੇ ਦੇ ਨਾਲੋਂ ਸਾਧ ਸੰਗਤ ਜੀ ਭਗਤ ਕਬੀਰ ਜੀ ਕਹਿੰਦੇ ਸਾਡੀ ਨਿਗਾਹ ਦੇ ਅਨੁਸਾਰ, ਸਾਡੀ ਮੱਤ ਦੇ ਅਨੁਸਾਰ ਸੂਰ ਹੀ ਚੰਗਾ ਹੈ, ਕਿਉਂਕਿ ਸੂਰ ਤਾਂ ਸਾਰੇ ਨਗਰ ਦੀ ਗੰਦਗੀ ਨੂੰ ਖਤਮ ਕਰ ਦਿੰਦਾ ਹੈ ਜੀ। ਉਹ ਸਾਖਤ ਬੜਾ ਮਰ ਗਿਆ। ਭਗਤ ਕਬੀਰ ਜੀ ਕਹਿੰਦੇ ਨੇ ਸਾਖਤ ਤਾਂ ਮਨੁੱਖ ਮਰ ਜਾਂਦਾ ਹੈ ਜਦੋਂ ਕਹਿੰਦੇ ਨੇ ਸਾਖਤ ਦੀ ਔਕਾਤ ਇੰਨੀ ਕਿ ਜਦੋਂ ਮਰ ਜਾਵੇ ਨਾ ਤੇ ਲੋਕ ਕਹਿੰਦੇ ਨੇ ਭੁੱਡੜਾ ਮਰ ਗਿਆ, ਭਾਵ ਸਾਡੇ ਮਗਰੋਂ ਬਲਾ ਲੱਥੀ, ਇੰਨੇ ਤੇ ਸਾਰੇ ਨਗਰ ਵਿੱਚ ਗੰਦ ਪਾਇਆ ਸੀ। ਇਹ ਸਾਖਤ ਬੰਦੇ ਨੇ ਸਾਰਿਆਂ ਦਾ ਜਿਉਣਾ ਔਖਾ ਕੀਤਾ ਸੀ। ਕਹਿੰਦੇ ਜਦੋਂ ਸਾਖਤ ਬੰਦਾ ਮਰ ਜਾਂਦਾ ਹੈ ਨਾ, ਉਹ ਇੱਧਰ ਦੀ ਗੱਲ ਉੱਧਰ ਕਰ ਦਵੇ, ਇੱਧਰ ਦੀ ਚੁਗਲੀ ਉੱਧਰ ਕਰ ਦਿੱਤੀ, ਧੋਖਾ ਕਰ ਦਿੱਤਾ, ਝੂਠ ਮਾਰ ਦਿੱਤਾ, ਤੇ ਆਦ ਕਹਿੰਦੇ ਨੇ ਫਿਰ ਜਿਹੜੇ ਲੋਕ ਉਹਦੇ ਤੋਂ ਤੰਗ ਹੁੰਦੇ ਨੇ ਨਾ, ਉਹ ਤੰਗ ਹੋਏ ਲੋਕ ਕਹਿੰਦੇ ਨੇ ਚੰਗਾ ਹੋਇਆ ਇਹ ਮਰ ਗਿਆ, ਬਲਾ ਸਾਡੇ ਗਲੋਂ ਰਹਿ ਗਈ। ਕਹਿੰਦੇ ਕੋਈ ਵੀ ਉਹ ਸਾਖਤ ਬੰਦੇ ਦਾ ਨਾਮ ਲੈ ਕਰਕੇ ਫਿਰ ਰਾਜੀ ਨਹੀਂ ਹੁੰਦਾ, ਕੋਈ ਵੀ ਉਸ ਬੰਦੇ ਦਾ ਨਾਮ ਨਹੀਂ ਲੈਂਦਾ ਪਿਆਰਿਓ। ਕੋਟੀ ਕੋਟੀ ਜੋਰ ਕੈ ਕਹਿੰਦੇ ਨੇ ਅੱਗੇ ਭਗਤ ਕਬੀਰ ਜੀ ਜ਼ਿੰਦਗੀ ਦੀ ਉਦਾਹਰਨ ਦਿੰਦੇ ਨੇ, ਦੱਸਦੇ ਨੇ ਕਿ ਬੰਦਾ ਜਿਵੇਂ ਜ਼ਿੰਦਗੀ ਦੇ ਵਿੱਚ ਇੱਕ ਇੱਕ ਕਰਕੇ ਰੁਪਈਆ ਜੋੜਦਾ ਹੈ, ਜਾਂ ਆਪਣੇ ਅੱਗੇ ਆਉਣ ਦੇ ਲਈ, ਆਪਣੇ ਬੱਚਿਆਂ ਲਈ ਇਵੇਂ ਜੋੜਦਾ ਹੈ। ਬਚਨ ਕਰਦੇ ਨੇ ਕਹਿੰਦੇ ਕਬੀਰ ਕੌਡੀ ਕੌਡੀ ਜੋੜ ਕੇ, ਇਹ ਭਾਈ ਬੰਦਿਆ ਤੂੰ ਪ੍ਰਭੂ ਦੇ ਨਾਲੋਂ ਟੁੱਟ ਕੇ, ਪ੍ਰਮਾਤਮਾ ਦੀ ਬੰਦਗੀ ਛੱਡ ਕੇ ਇੰਨਾ ਮਾਇਆ ਦੇ ਵਿੱਚ ਗਰਦਾਨ ਹੋ ਗਿਆ ਕਿ ਇੱਕ ਮਿੰਟ ਵੀ ਪ੍ਰਮਾਤਮਾ ਨੂੰ ਨਹੀਂ ਦਿੱਤਾ ਤੇ ਕੌਡੀ ਕੌਡੀ ਜੋੜਦਾ ਰਿਹਾ। ਕੌਡੀ ਕੌਡੀ ਜੋੜ ਕਰਕੇ, ਇੱਕ ਇੱਕ ਧੇਲੀ ਜਵਾਨੀ ਜੋੜ ਕਰਕੇ ਲੱਖਾਂ ਜੋੜਦਾ ਹੈ ਬੰਦਿਆ, ਪਰ ਉਹ ਪ੍ਰਮਾਤਮਾ ਦਾ ਨਾਮ ਨਹੀਂ ਜਪਿਆ ਪਿਆਰਿਆ। ਹਰ ਭਗਤ ਕਬੀਰ ਜੀ ਕਹਿੰਦੇ ਜ਼ਿੰਦਗੀ ਦਾ ਸੱਚ ਇਹ ਵੇ ਕਿ ਜਾਂਦੀ ਵਾਰ ਬੰਦਿਆ ਤੇਰੇ ਨਾਲ ਕੁਝ ਵੀ ਨਹੀਂ ਜਾਣਾ। ਉਦਾਹਰਨ ਦਿੰਦੇ ਨੇ ਰਾਵਣ ਦੀ, ਲਈ ਲੰਗੋਟੀ ਤੋੜ। ਕਹਿੰਦੇ ਜਦੋਂ ਰਾਵਣ ਮਰਿਆ ਸੀ ਨਾ, ਜਦੋਂ ਰਾਮ ਨੇ ਉਹਦਾ ਵੱਧ ਕਰ ਦਿੱਤਾ ਸੀ, ਰਾਵਣ ਮਰਿਆ ਸੀ, ਕਹਿੰਦੇ ਨੇ ਰਾਵਣ ਨੂੰ ਕਬਰ ਤੇ ਪਾਇਆ ਗਿਆ ਤੇ ਰਾਵਣ ਦੇ ਕਿੰਨਾ ਉਹਦਾ ਧਨ ਸੀ, ਲੰਕਾ ਸੀ ਉਹਦੇ ਕੋਲ ਸੋਨੇ ਦੀ, ਕਿੰਨੇ ਐਸੋ ਰਾਮ ਦੇ ਉਹਦੇ ਕੋਲ ਸਾਧਨ ਸੀ, ਪਰ ਕਹਿੰਦੇ ਇੱਕ ਵੀ ਨਾਲ ਲੈ ਕੇ ਨਹੀਂ ਗਿਆ। ਕਹਿੰਦੇ ਇੱਕ ਚੀਜ਼ ਉਹਦੇ ਨਾਲ ਚੱਲੀ, ਉਹਨੂੰ ਕਹਿੰਦੇ ਕਬਰ 'ਚ ਪਾਉਣ ਲੱਗੇ, ਉਹਦੇ ਲੱਕ ਦੇ ਨਾਲ ਕਹਿੰਦੇ ਇੱਕ ਸੋਨੇ ਦੀ ਲੰਗੋਟੀ ਬੰਨੀ ਹੋਈ ਸੀ, ਸੋਨੇ ਦਾ ਧਾਗਾ ਬੰਨਿਆ ਹੋਇਆ ਸੀ, ਲੰਗੋਟੀ ਲਾ ਲਓ, ਧਾਗਾ ਲਾ ਲਓ, ਕਹਿੰਦੇ ਉਹਨੂੰ ਸੋਨਾ ਲੱਗਾ ਸੀ। ਕਹਿੰਦੇ ਸਾਖ ਸੰਬੰਧੀਆਂ ਨੇ ਰਾਵਣ ਦੇ ਜਾਂਦੇ ਜਾਂਦੇ ਉਹ ਲੰਗੋਟੀ ਵੀ ਕੋਲ ਲਈ ਕਿ ਸਾਡੇ ਕੰਮ ਆਊਗੀ। ਸੋ ਬੰਦਿਆ ਲੋਕਾਂ ਨੇ ਤੇ ਰਾਵਣ ਨੂੰ ਨਹੀਂ ਬਖਸ਼ਿਆ, ਅੰਤ ਬਾਹਰ ਜਾਂਦਿਆਂ ਜਾਂਦਿਆਂ ਦੀ ਲੰਗੋਟੀ ਲੱਕ ਦੇ ਨਾਲ ਉਹ ਕਹਿੰਦੇ ਲਾ ਲਈ ਸੀ, ਇੰਨਾ ਲਾੜ ਸੀ ਮਾਇਆ ਦਾ ਕਿ ਰਾਵਣ ਮਾਰ ਕਰਕੇ ਇੱਕ ਲੰਗੋਟੀ ਵੀ ਆਪਣੇ ਲੱਕ ਦੇ ਨਾਲ ਜਿਹੜੀ ਕਦੀ ਵੱਖ ਨਹੀਂ ਸੀ ਕਰਦਾ, ਉਹ ਕਦੀ ਨਾਲ ਨਹੀਂ ਲੈ ਕੇ ਸਾਧ ਸੰਗਤ ਜੀ ਰੋ ਵਿਚਾਰ। ਭਗਤ ਕਬੀਰ ਜੀ ਕਹਿੰਦੇ ਬੰਦਿਆ ਕੌਡੀ ਕੌਡੀ ਕਰਕੇ ਜੋੜਦਾ ਏ, ਪਰ ਅੰਤ ਬਾਰ ਤੇਰੇ ਨਾਲ ਕੁਝ ਵੀ ਨਹੀਂ ਜਾਣਾ, ਖਾਲੀ ਹੱਥ ਤੈਨੂੰ ਜਾਣਾ ਪਵੇਗਾ। ਨਾਂਗੋ ਆਇਆ ਨਾਂਗੋ ਜਾਸੀ, ਵੈਸ਼ਨੂ ਹੁਆ ਤਾਂ ਕਿਆ ਭਇਆ। ਅੱਗੇ ਭਗਤ ਕਬੀਰ ਜੀ ਕਹਿੰਦੇ ਨੇ ਭਾਈ ਜਿਹੜੇ ਬੰਦੇ ਉਮਰ ਅਜਾਈ ਗਵਾਈ ਜਾਂਦੇ ਨੇ ਆਪਣੀ, ਇਹ ਕਬੀਰ ਪ੍ਰਭੂ ਦਾ ਸਿਮਰਨ ਛੱਡ ਕੇ ਮੇਰਾ ਜਿਹੜੇ ਧਨ ਕਮਾਉਣ ਵਾਲੇ ਬੰਦੇ ਨੇ ਨਾ, ਉਹਨਾਂ ਦੇ ਪਰਥਾਏ ਬਚਨ ਕਰਦੇ ਕਹਿੰਦੇ ਉਹ ਆਪਣੀ ਜ਼ਿੰਦਗੀ ਅਜਾਈ ਗਵਾਈ ਜਾਂਦੇ ਨੇ, ਪਰ ਮੇਰਾ ਵੇਖ ਨੂੰ ਭਗਤੀ ਮਾਰਗ ਸਮਝਣ ਵਾਲੇ ਕੀ ਬਾਣਾ ਪਾ ਲਿਆ, ਜੋਗੀਆਂ ਵਾਲੇ ਕੱਪੜੇ ਪਾ ਰਹੇ। ਕਹਿੰਦੇ ਨੇ ਇਹੀ ਪਰਮਾਤਮਾ ਦਾ ਰਸਤਾ ਨਹੀਂ ਹੈ। ਜੇ ਕਿਸੇ ਮਨੁੱਖ ਨੇ ਤਿਰਕ ਚੱਕਰ ਲਾ ਕਰਕੇ ਆਪਣੇ ਗਲ ਦੇ ਵਿੱਚ ਚਾਰ ਮਾਲਾ ਪਾ ਲਈਆਂ ਤੇ ਆਪਣੇ ਆਪ ਨੂੰ ਕਹਿਣ ਲੱਗ ਪਿਆ ਮੈਂ ਵੈਸ਼ਨਵ ਭਗਤ ਹਾਂ, ਮੈਂ ਬੜਾ ਤਗੜਾ ਗਿਆਨੀ ਹਾਂ, ਜੋਗੀ ਹਾਂ, ਸੋ ਵਿਚਾਰ ਉਹਦੇ ਪਰਥਾਏ ਬਚਨ ਕਰਦੇ ਨੇ। ਕਿਤੇ ਰਸਤੇ ਤੇ ਜਾਂਦੇ ਸੀ, ਜਿਵੇਂ ਪਹਿਲਾਂ ਇੱਕ ਸ਼ਲੋਕ ਆਇਆ ਏ, ਇੱਕ ਪੰਡਿਤ ਨੂੰ ਵੇਖਿਆ ਉਹਦੇ ਗਲ ਵਿੱਚ ਚਾਰ ਮਾਲਾ ਪਾਈਆਂ ਸੀ, ਜਿਵੇਂ ਚਾਰ ਮਾਲਾ ਬੰਨੀਆਂ ਗਈਆਂ ਏ। ਕਹਿੰਦੇ ਸਾਜਤ ਦੇ ਵਿੱਚ ਲੋਕ ਸੋਨੇ ਦੀ ਮਾਲਾ ਪਾਉਂਦੇ ਸੀ,
त्रेते दे विच जिहड़े लोग सी चांदी दी माला पाया करदे सी। दुआपर दे विच कहंदे ने तांबे दी माला लोकां ने पाउणी, ਉਹ ਮੰਨ ਕੇ ਪਵਿੱਤਰ ਮੰਨਦੇ ਸੀ। ਕਲਯੁਗ ਦੇ ਵਿੱਚ ਐਸੇ ਸਮੇਂ ਲੋਕ ਸੂਤਰ ਦੀ ਮਾਲਾ ਵਰਤਦੇ ਨੇ, ਰੂਹ ਦੀ ਮਾਲਾ ਵਰਤਦੇ ਨੇ। ਕਿਤੇ ਇੱਕ ਬੰਦਾ ਚਾਰੇ ਹੀ ਮਾਲਾ ਪਾਈ, ਕਿਤੇ ਕਲਯੁਗ ਦੀ ਮਾਲਾ ਵੀ ਉਹਨੇ ਆਪਣੀ ਗਲ ਦੇ ਵਿੱਚ ਪਾਈ, ਸਤਜੁਗ ਦੀ ਵੀ, ਤ੍ਰੇਤੇ ਦੀ, ਦੁਆਪਰ ਦੀ ਵੀ ਚਾਰੇ ਹੀ ਮਾਲਾ ਪਾਉਣ ਦੇ ਨਾਲ ਭਗਤ ਕਬੀਰ ਜੀ ਕਹਿੰਦੇ ਕੋਈ ਪ੍ਰਮਾਤਮਾ ਦਾ ਭਗਤ ਨਹੀਂ ਬਣ ਜਾਂਦਾ। ਭਾਵੇਂ ਕਿਸੇ ਨੇ ਚਾਰ ਮਾਲਾ ਵੀ ਆਪਣੀ ਗਲ ਦੇ ਵਿੱਚ ਪਾ ਲਈਆਂ, ਪਰ ਕੱਲੀਆਂ ਮਾਲਾ ਪਾਉਣ ਦੇ ਨਾਲ ਕੋਈ ਫਾਇਦਾ ਨਹੀਂ ਜੇਕਰ ਉਹਨੂੰ ਬੈਠ ਕਰਕੇ ਉਹ ਮਾਲਾ ਫੇਰਨੀ ਨਹੀਂ, ਉਹਦਾ ਅਭਿਆਸ ਹੀ ਨਹੀਂ ਕਰਨਾ। ਭਗਤ ਕਬੀਰ ਜੀ ਕਹਿੰਦੇ ਨੇ ਜਿਵੇਂ 12 ਕੰਚਨ ਸੋਨਾ ਹੁੰਦਾ ਹੈ, ਉਹਦੇ ਵਿੱਚ ਕੁਟਿਆਈ ਵੀ ਹੁੰਦੀ ਹੈ, ਸੋਨੇ ਨੂੰ ਪਕਾਇਆ ਜਾਂਦਾ ਫਿਰ ਜਾ ਕਰਕੇ ਸੋਨਾ ਸ਼ੁੱਧ ਹੁੰਦਾ ਹੈ। ਜਦੋਂ ਸੋਨਾ ਖਾਣ ਦੇ ਵਿੱਚੋਂ ਨਿਕਲਦਾ ਨਾ ਸਾਧ ਸੰਗਤ ਜੀ, ਉਹਦਾ ਮੁੱਲ ਨਹੀਂ ਜੀ ਹੁੰਦਾ। ਪਰ ਜਦੋਂ ਉਸੇ ਹੀ ਸੋਨੇ ਦੇ ਗਹਿਣੇ ਬਣਾ ਕਰਕੇ ਗਾਂ ਲੋਕਾਂ ਦੇ ਵਿੱਚ ਵੰਡੇ ਜਾਂਦੇ ਨੇ, ਉਹਦਾ ਮੁੱਲ ਜਿਉਂ ਖਾਣ ਚੋਂ ਨਿਕਲਦਾ ਉਦੋਂ ਤੇ ਉਹਦਾ ਮੁੱਲ 50% ਵੀ ਹੁੰਦਾ। ਪਰ ਜਦੋਂ ਸੋਨੇ ਦੇ ਗਹਿਣੇ ਬਣਾ ਕਰਕੇ ਉਹਨੂੰ ਸ਼ੁੱਧ ਕਰਕੇ ਉਹਨੂੰ ਪਵਿੱਤਰ ਕਰਕੇ ਉਹਨੂੰ ਪਕਾ ਕੇ ਸਾਧ ਸੰਗਤ ਜੀ ਗਹਿਣੇ ਬਣਾ ਕੇ ਉਹਦੀ ਬਨਾਵਟ ਬਣਾ ਕਰਕੇ ਲੋਕਾਂ ਵਿੱਚ ਵੇਚਿਆ ਜਾਂਦਾ, ਤਾਂ ਕਿੰਨਾ ਕਿੰਨਾ ਮੁੱਲ ਪੈਂਦਾ। ਇੱਕ ਤੋਲੇ ਦਾ ਮੁੱਲ ਪੈਂਦਾ ਹੈ, ਲੱਖਾਂ ਲੱਖਾਂ ਰੁਪਏ ਫਿਰ ਸੋਨੇ ਦਾ ਮੁੱਲ ਲੱਗਦਾ ਹੈ। ਸੋ ਭਗਤ ਕਬੀਰ ਜੀ ਕਹਿੰਦੇ ਸੋਨੇ ਨੂੰ ਪਕਾਇਆ ਜਾਂਦਾ, ਉਹਦਾ ਸੋਨਾ ਸ਼ੁੱਧ ਨਹੀਂ। ਇਸ ਕਰਕੇ 12 ਕੰਚਨ ਬਾਹਰਾ ਇਕਰ ਪਰੀ ਪੰਗਾਰ, ਕਹਿੰਦੇ ਬਾਹਰੋਂ ਸੋਨਾ ਕਮਾਉਣ ਦਾ ਕੀ ਫਾਇਦਾ ਜੇ ਅੰਦਰੋਂ ਮਨ ਸ਼ੁੱਧ ਨਹੀਂ ਹੈ। ਹੁਣ ਜਿੰਨਾ ਚਿਰ ਸੋਨਾ ਹੱਥ ਵਿੱਚ ਲਈ ਫਿਰੋ, ਹੁਣ ਜੇ ਉਹਦੀ ਕੋਈ ਬਨਾਵਟ ਹੀ ਨਹੀਂ ਹੈ ਉਹ ਸਾਡੇ ਕੰਮ ਹੀ ਨਹੀਂ। ਜਿੰਨਾ ਚਿਰ ਸੋਨੇ ਦੀ ਕੋਈ ਬਨਾਵਟ ਹੀ ਨਹੀਂ ਹੈ ਉਹ ਸਾਡੇ ਕੰਮ ਹੀ ਨਹੀਂ। ਸੁਨਿਆਰਾ ਲੈ ਲਵੇਗਾ, ਸਾਨੂੰ ਉਹਦਾ ਅੱਧਾ ਮੁੱਲ ਦੇਵੇਗਾ। ਸੁਨਿਆਰਾ ਅੱਗੇ ਹੋ ਕੇ ਉਹਦੇ ਗਹਿਣੇ ਬਣਾਵੇ ਤੇ ਦੁੱਗਣਾ ਮੁੱਲ ਪ੍ਰਾਪਤ ਕਰੇਗਾ। ਸਰੋ ਵਿਚਾਰੇ ਮਾਲਾ ਪਾਉਣੀਆਂ ਕਹਿੰਦੇ ਐਵੇਂ ਸੋਨੇ ਦੇ ਵਾਂਗ ਹੈ ਜਿਵੇਂ ਬਿਨਾ ਅਸ਼ੁੱਧ ਸੋਨਾ ਅਸੀਂ ਲਈ ਫਿਰੀਏ। ਇਸ ਕਰਕੇ ਭਗਤ ਕਬੀਰ ਜੀ ਕਹਿੰਦੇ ਨੇ ਪੀਤਰ ਪਰੀ ਪੰਗਾਰ, ਜੀ ਮਨ ਦੇ ਬੰਦਿਆ ਤੇਰੇ ਕੋਲ ਰਹਿਣਾ, ਬਾਹਰੋਂ ਇਹ ਸੋਨੇ ਵਰਗਾ ਵੇਖ ਪਾਇਆ ਤੇਰੇ ਕਿਸੇ ਕੰਮ ਨਹੀਂ। ਰੋੜਾ ਹੋਏ ਰਹੋ ਬਾਟਦਾ। ਇਸੇ ਤਰ੍ਹਾਂ ਅਗਲੇ ਸ਼ਲੋਕ ਦੇ ਵਿੱਚ ਬਖਸ਼ਿਸ਼ ਕਰਦੇ ਨੇ, ਕਹਿੰਦੇ ਇੱਕ ਵਾਰੀ ਭਗਤ ਕਬੀਰ ਜੀ ਦੇ ਕੋਲ ਇੱਕ ਪ੍ਰੇਮੀ ਆਇਆ, ਆ ਕੇ ਕਹਿਣ ਲੱਗਾ ਭਗਤ ਜੀ ਰੱਬ ਨੂੰ ਕਿਵੇਂ ਮਿਲਦਾ ਹੈ, ਪਰਮਾਤਮਾ ਕਿਵੇਂ ਮਿਲਦਾ ਹੈ। ਤੇ ਭਗਤ ਕਬੀਰ ਜੀ ਕਹਿੰਦੇ ਨਿਮਰਤਾ ਬੜੀ ਜ਼ਰੂਰੀ ਹੈ ਜੇ ਰੱਬ ਨੂੰ ਪਾਉਣਾ ਹੈ। ਬੰਦੇ ਵਿੱਚ ਨੀਵਾਂਪਣ, ਬੰਦੇ ਵਿੱਚ ਸਹਿਣਸ਼ੀਲਤਾ ਬੜੀ ਜ਼ਰੂਰੀ, ਕਿਉਂ ਗੁਰੂ ਕੀ ਬਾਣੀ ਦਾ ਵੀ ਬਚਨ ਹੈ ਸਹਿਜ ਪਕੈ ਸੋ ਮਿੱਠਾ ਹੋਏ। ਇਹਨੇ ਸਹਿਜ ਦੇ ਨਾਲ ਜਿਹੜਾ ਪੱਕਦਾ ਉਹ ਮਿੱਠਾ ਹੁੰਦਾ ਹੈ। ਹੋਰ ਵੀ ਬਚਨ ਆਉਂਦੇ ਨੇ, ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ, ਨੀਵੇਂਪਣ ਨੂੰ ਕਰਕੇ ਗੁਣਾ ਚੰਗਿਆਈਆਂ ਦਾ ਤਤ ਮਿਲਦੇ ਨੇ। ਕਿੰਨੇ ਬਚਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਗੁਰੂ ਕੀ ਬਾਣੀ ਵਿੱਚ, ਜਿਵੇਂ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਬਚਨ ਨੇ, ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ ਸਾਬੇ ਤੁਮ ਹਰ ਜਾਨੋ ਆਪੇ, ਹਮ ਰੁੜਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕਰੇ ਹਮ ਥਾਪੇ, ਤਾਮ ਧੰਨ ਗੁਰੂ ਨਾਨਕ ਜਨ ਕੇਰਾ ਜਿਤ ਮਿਲਿਆ ਜੁਗੇ ਸਭ ਸੋਗ ਸੰਤਾਪੇ। ਕਿੰਨੇ ਬੇਨਤੀ ਰੂਪ ਗੁਰੂ ਜੀ ਨੇ ਬਚਨ ਕੀਤੇ ਨੇ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਵਿਚਾਰ ਧਿਆਨ ਕਰੋ ਵਿਚਾਰ। ਭਗਤ ਕਬੀਰ ਜੀ ਫਿਰ ਉਹਨੂੰ ਉਸ ਦੀ ਗੱਲ ਦਾ ਉੱਤਰ ਆਪਣੀ ਬਾਣੀ ਦੁਆਰਾ ਦਿੰਦੇ ਨੇ, ਕਹਿੰਦੇ ਕਬੀਰ ਰੋੜਾ ਹੋਏ ਰਹੋ ਬਾਟਦਾ। ਭਗਤ ਕਬੀਰ ਜੀ ਕਹਿੰਦੇ ਜੇ ਰੱਬ ਦੀ ਪ੍ਰਾਪਤੀ ਕਰਨੀ ਹੈ ਨਾ, ਆਪਣੇ ਮਨ ਦੀ ਬਿਰਤੀ ਪਾਏ ਹੋਏ ਰਸਤੇ ਦੇ ਰੋੜੇ ਦੇ ਵਾਂਗ ਕਰ ਲੈ। ਮਨ ਕਾ ਅਭਿਮਾਨ, ਕਿਉਂਕਿ ਜਿਹੜਾ ਰੋੜਾ ਹੈ ਨਾ, ਰੋੜੇ ਨੂੰ ਸਾਰੇ ਨੇ ਠੇਡਾ ਮਾਰਨਾ, ਪਰ ਰੋੜਾ ਕਿਸੇ ਨੂੰ ਕਹਿ ਨਹੀਂ ਸਕਦਾ ਕਿ ਮੈਨੂੰ ਨਾ ਮਾਰ। ਕਿੰਨੀ ਨਿਮਰਤਾ ਉਹਦੇ ਵਿੱਚ, ਸਾਰੇ ਉਹਦੇ ਤੋਂ ਪੈਰ ਰੱਖ ਕੇ ਲੰਘਦੇ ਨੇ, ਉਹਦੇ ਤੋਂ ਗੱਡੀਆਂ ਵੀ ਲੰਘਦੀਆਂ ਨੇ, ਉਹਦੇ ਤੋਂ ਕਾਰਾਂ ਵੀ ਲੰਘਦੀਆਂ ਨੇ। ਹਰ ਇੱਕ ਬੰਦਾ ਉਹਦੇ ਤੋਂ ਗੰਦਗੀ ਲੈ ਕੇ ਪੈਰ ਰੱਖ ਕੇ ਲੰਘਦਾ, ਆਪਣੀ ਚੱਪਲ ਰੱਖ ਕੇ ਲੰਘਦਾ। ਕਿੰਨੀ ਨਿਮਰਤਾ ਰੋੜੇ ਦੇ ਵਿੱਚ। ਇਹਦੇ ਇਸ ਕਰਕੇ ਰੋੜੇ ਦੀ ਬਿਰਤੀ ਦੇ ਵਾਂਗ ਆਪਣਾ ਮਨ ਬਣਾ ਲੈ, ਤਦ ਮਨ ਕਾ ਅਭਿਮਾਨ ਬੰਦਿਆ ਆਪਣੇ ਮਨ ਦੇ ਵਿੱਚੋਂ ਹੰਕਾਰ ਨੂੰ ਗਵਾ ਦੇ, ਹੰਕਾਰ ਛੱਡ ਦੇਣਾ ਕਰ। ਐਸਾ ਕੋਈ ਦਾਸ ਹੋਏ, ਕਬੀਰ ਜੀ ਕਹਿੰਦੇ ਐਸਾ ਕੋਈ ਦਾਸ ਹੋਏ, ਇਹੋ ਜਿਹਾ ਬਿਰਤੀ ਵਾਲਾ ਕੋਈ ਦਾਸ ਹੋਵੇ ਜਿਹਦੇ ਮਨ ਦੀ ਬਿਰਤੀ ਦੇ ਅੰਦਰ ਰੋੜੇ ਦੀ ਬਿਰਤੀ ਹੋਵੇ।
ਭਾਵ ਰਸਤੇ ਦੇ ਰੋੜੇ ਦੀ ਵਾਂਗ ਜੀ ਦੀ ਬਿਰਤੀ ਹੋਵੇ, ਬੜਾ ਨੀਵਾਂ ਬਣ ਹੋਵੇ, ਜਿਸ ਵਿੱਚ ਮਿਲੈ ਭਗਵਾਨ ਕਹਿੰਦੇ ਨੇ ਉਹਨੂੰ ਜਾ ਕਰਕੇ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਜੀ। ਰੋੜਾ ਹੁਆ ਤੋ ਕਿਆ ਕਹਿੰਦੇ ਨੇ ਭਇਆ। ਜਦੋਂ ਇਹਨੇ ਬਚਨ ਕੀਤੇ ਨਾ ਭਗਤ ਕਬੀਰ ਉੱਤਰ ਦਿੱਤਾ ਤੇ ਭਗਤ ਕਬੀਰ ਜੀ ਕਹਿੰਦੇ ਇੱਥੇ ਵੀ ਬਸ ਨਹੀਂ ਹੈ, ਇਸ ਤੋਂ ਵੀ ਅੱਗੇ ਆਪਾਂ ਨੂੰ ਨਿਮਰਤਾ ਰੱਖਣੀ ਪੈਣੀ ਹੈ। ਭਾਵ ਕਿ ਕੱਲਾ ਰੋੜਾ ਬਣ ਕੇ ਨਹੀਂ ਸਰਨਾ ਰਸਤੇ ਦਾ। ਤੇ ਵੇਖੋ ਭਗਤ ਕਬੀਰ ਜੀ ਨੇ ਕਿੰਨੇ ਗਿਆਨ ਦੇ ਨਾਲ ਕਿੰਨੇ ਇੱਕ ਆਪਣੇ ਪੜਾਅ ਦਰ ਪੜਾਅ ਇਸ ਨੂੰ ਵਿਚਾਰ ਨੂੰ ਬਖਸ਼ਿਸ਼ ਕੀਤਾ ਏ। ਪਹਿਲਾਂ ਕਿਹਾ ਕਿ ਆਪਣੇ ਮਨ ਨੂੰ ਰੋੜਾ ਬਣਾਉਣਾ ਹੈ। ਹੁਣ ਭਗਤ ਕਬੀਰ ਜੀ ਕਹਿੰਦੇ ਰੋੜਾ ਬਣ ਕੇ ਵੀ ਕੋਈ ਫਾਇਦਾ ਨਹੀਂ। ਕਿਉਂ ਨਹੀਂ ਫਾਇਦਾ? ਕਬੀਰ ਰੋੜਾ ਹੁਆ ਤਾਂ ਕਿਆ ਪਿਆ। ਭਗਤ ਕਬੀਰ ਜੀ ਕਹਿੰਦੇ ਬੰਦਿਆ ਤੂੰ ਰਸਤੇ ਦਾ ਰੋੜਾ ਬਣ ਗਿਆ ਤਾਂ ਕੀ ਹੋ ਗਿਆ? ਕਿਉਂਕਿ ਰੋੜੇ ਦੇ ਉੱਤੇ ਜਿਹੜਾ ਪੈਰ ਰੱਖੇਗਾ ਉਹਨੂੰ ਮਹਿਸੂਸ ਹੋਵੇਗਾ, ਉਹਨੂੰ ਕਸ਼ਟ ਆਵੇਗਾ। ਰੋੜਾ ਬਣ ਕੇ ਤੂੰ ਆਉਣ ਵਾਲੇ ਰਾਹੀ ਨੂੰ ਦੁੱਖ ਦਵੇਂਗਾ। ਤੂੰ ਦੁੱਖ ਦੇਣਾ ਹੈ ਆਉਣ ਵਾਲੇ ਰਾਹੀ ਨੂੰ, ਕਿਉਂਕਿ ਰੋੜਾ ਪੈਰ ਦੇ ਵਿੱਚ ਲੱਗੇਗਾ, ਕੰਗਲ ਪੈਰ ਵਿੱਚ ਲੱਗੇਗਾ, ਦੁੱਖ ਹੋਵੇਗਾ ਬੰਦੇ ਨੂੰ। ਭਗਤ ਕਬੀਰ ਜੀ ਕਹਿੰਦੇ ਰੋੜਾ ਵੀ ਪ੍ਰਵਾਨ ਨਹੀਂ ਪ੍ਰਮਾਤਮਾ ਦੇ ਦਰ ਦੇ। ਐਸਾ ਤੇਰਾ ਦਾਸ ਹੈ। ਕਹਿੰਦੇ ਨੇ ਜੇਕਰ ਪ੍ਰਮਾਤਮਾ ਦੀ ਭਗਤੀ ਕਰਨੀ ਹੈ ਨਾ, ਰੋੜੇ ਵਾਲਾ ਮਨ ਛੱਡ ਕਰਕੇ ਧਰਣੀ ਮੈਂ ਕਹਿੰਦੇ ਨੇ ਜਿਵੇਂ ਰੋੜੇ ਤੋਂ ਥੱਲੇ ਮਿੱਟੀ ਹੁੰਦੀ ਹੈ, ਖੇ ਹੁੰਦੀ ਹੈ, ਤੂੰ ਰਸਤੇ ਦੀ ਖੇ ਬਣ ਜਾਣਾ ਕਰ। ਮਿੱਟੀ ਵਰਗਾ ਆਪਣਾ ਮਨ ਕਰ ਲੈ, ਕਿਉਂਕਿ ਮਿੱਟੀ ਭੁੱਲੀ ਹੈ ਤੇ ਮਿੱਟੀ ਬੰਦੇ ਨੂੰ ਦੁੱਖ ਨਹੀਂ ਦਿੰਦੀ, ਪੈਰਾਂ ਨੂੰ ਦੁੱਖ ਨਹੀਂ ਦਿੰਦੀ। ਖੇ ਹੁਈ ਤੋ ਕਿਆ ਭਇਆ। ਇਹਦੇ ਨੇ ਅੱਗੇ ਫੇਰ ਬਖਸ਼ਿਸ਼ ਕਰਦੇ ਨੇ। ਭਗਤ ਕਬੀਰ ਜੀ ਕਹਿੰਦੇ ਕਾਰ ਨਾ ਕਰ ਲਵੀਂ ਕਿ ਮੈਂ ਮਿੱਟੀ ਦੇ ਵਾਂਗ ਹੋ ਗਿਆ ਹਾਂ। ਕਹਿੰਦੇ ਮਿੱਟੀ ਬਣ ਗਿਆ ਤੇ ਕੀ ਹੋ ਗਿਆ? ਕਿਉਂਕਿ ਜਿਹੜੀ ਮਿੱਟੀ ਹੈ ਜੀ ਜੋ ਉੱਡ ਲਾਗਾ ਅੰਗ ਇਹਨੇ ਮਿੱਟੀ ਵੀ ਬੰਦੇ ਦੇ ਉੱਡ ਕਰਕੇ ਅੰਗਾਂ ਨੂੰ ਲੱਗਦੀ ਤੇ ਬੰਦੇ ਦਾ ਮੂੰਹ ਸਿਰ ਗੰਦਾ ਹੋ ਜਾਂਦਾ ਹੈ। ਇਸ ਕਰਕੇ ਕਹਿੰਦੇ ਮਿੱਟੀ ਜਿੰਨਾ ਵੀ ਨੀਵਾਂਪਣ ਕਰ ਲੈ ਉਹ ਵੀ ਤੇਰਾ ਪ੍ਰਵਾਨ ਨਹੀਂ। ਹਰ ਜਨ ਐਸਾ ਚਾਹੀਏ ਜੋ ਪਾਣੀ ਸਰਬੰਗ। ਭਗਤ ਕਬੀਰ ਜੀ ਕਹਿੰਦੇ ਨੇ ਹਰੀ ਦਾ ਜਨ ਪਾਣੀ ਦੇ ਵਾਂਗ ਫਿਰ ਚਾਹੀਦਾ ਹੈ, ਕਿਉਂਕਿ ਰੋੜਾ ਬਣ ਕੇ ਕਿਸੇ ਨੂੰ ਦੁੱਖ ਦੇਵੇਗਾ, ਰੋੜਾ ਵੀ ਪ੍ਰਮਾਣ ਨਹੀਂ। ਫਿਰ ਕਹਿੰਦੇ ਨੇ ਮਿੱਟੀ ਬਣ ਜਾ, ਕਹਿੰਦੇ ਅੱਗੇ ਸਮਾਂ ਆਵੇਗਾ ਮਿੱਟੀ ਬਣ ਕੇ ਕਿਸੇ ਦੇ ਅੰਗਾਂ ਨੂੰ ਲੱਗੇਗਾ, ਤੇ ਇਸ ਕਰਕੇ ਮਿੱਟੀ ਵੀ ਜਿਹੜੀ ਤੇਰੇ ਦਰ ਦੇ ਪ੍ਰਵਾਨ ਨਹੀਂ ਹੈ। ਪਾਣੀ ਹੁਆ ਤੋ ਕਿਆ ਭਇਆ। ਤੇ ਅੱਗੇ ਹੋਰ ਕਹਿੰਦੇ ਇਸ ਗੱਲ ਦੀ ਵਿਆਖਿਆ ਕਰਦੇ ਨੇ। ਪਹਿਲਾਂ ਕਹਿੰਦੇ ਸੀ ਰੋੜਾ ਬਣ, ਰੋੜੇ ਤੋਂ ਬਾਅਦ ਮਿੱਟੀ ਬਣ, ਮਿੱਟੀ ਤੋਂ ਬਾਅਦ ਕਹਿੰਦੇ ਪਾਣੀ ਬਣ ਜਾ। ਦਾਤਾ ਹੋਏ ਕਹਿੰਦੇ ਜੇ ਤੂੰ ਬੰਦਿਆ ਪਾਣੀ ਦੇ ਵਾਂਗ ਵੀ ਆਪਣੀ ਬਿਰਤੀ ਨੂੰ ਨਿਰਮਲ ਕਰ ਲਿਆ, ਕਹਿੰਦੇ ਫਿਰ ਪਾਣੀ ਜਦੋਂ ਠੰਡ ਆਉਂਦੀ ਉਦੋਂ ਠੰਡਾ ਹੋ ਜਾਂਦਾ ਹੈ, ਗਰਮੀ ਆਉਂਦੀ ਜਦੋਂ ਗਰਮ ਹੋ ਜਾਂਦਾ ਹੈ ਜੀ। ਐਸਾ ਚਾਹੀਏ। ਭਗਤ ਕਬੀਰ ਜੀ ਕਹਿੰਦੇ ਨੇ ਹਰੀ ਦਾ ਜਨ ਐਸਾ ਚਾਹੀਦਾ ਹੈ ਜੀ ਐਸਾ ਹਰ ਹੀ ਹੋਏ। ਐਸਾ ਹਰੀ ਪ੍ਰਮਾਤਮਾ ਦਾ ਜਨ ਚਾਹੀਦਾ ਹੈ, ਜੈਸਾ ਕਾਲ ਪ੍ਰਮਾਤਮਾ ਹੈ, ਜੈਸੀ ਉਹਦੀ ਰਜਾ ਹੈ। ਕਹਿੰਦੇ ਨੇ ਉਹ ਜਿਹਾ ਪ੍ਰਮਾਤਮਾ ਦੇ ਦਰ ਤੇ ਹਰੀ ਦਾ ਸੇਵਕ ਪ੍ਰਵਾਨ ਹੈ। ਸੋ ਵੇਖੋ ਕਿੰਨੀ ਨਿਮਰਤਾ ਦੀ ਗੱਲ ਭਗਤ ਕਬੀਰ ਜੀ ਦੱਸਦੇ ਨੇ। ਕਹਿੰਦੇ ਰੋੜਾ ਬਣ ਜਾਵੇਗਾ ਨਾ, ਰੋੜਾ ਵੀ ਬਣ ਕੇ ਤੂੰ ਕਿਸੇ ਦੇ ਪੈਰ ਨੂੰ ਲੱਗੇਗਾ, ਦੁੱਖ ਦੇਵੇਗਾ। ਕਹਿੰਦੇ ਉਹਦੇ ਕੋਲ ਵੀ ਨੀਵਾਂ ਚੱਲ, ਹੋਰ ਨੀਵਾਂ ਹੋ, ਮਿੱਟੀ ਬਣ ਜਾ, ਮਿੱਟੀ ਬਣ ਜਾਵੇਗਾ, ਹਵਾ ਆਵੇਗੀ, ਮਿੱਟੀ ਉੱਡ ਕੇ ਅੰਗਾਂ ਨੂੰ ਲੱਗੇਗੀ, ਤੇਰੇ ਅੰਗ ਗੰਦੇ ਹੋਣਗੇ। ਕਹਿੰਦੇ ਇਹ ਵੀ ਤੇਰੀ ਗਲਤੀ ਨਹੀਂ। ਮਿੱਟੀ ਤੋਂ ਥੱਲੇ ਕਹਿੰਦੇ ਪਾਣੀ ਤੇ ਆ ਜਾ, ਪਰ ਕਹਿੰਦੇ ਪਾਣੀ ਵੀ ਠੰਡ ਆਉਣ ਤੇ ਠੰਡਾ ਹੋ ਜਾਂਦਾ ਏ, ਗਰਮੀ ਆਉਣ ਤੇ ਗਰਮ ਹੋ ਜਾਂਦਾ। ਇਸ ਕਰਕੇ ਸਭ ਕੁਝ ਛੱਡ ਕੇ ਕਹਿੰਦੇ ਇਹੋ ਜਿਹੀ ਨਿਮਰਤਾ ਧਾਰ ਜਿਹੜੀ ਨਿਮਰਤਾ ਤੈਨੂੰ ਪ੍ਰਮਾਤਮਾ ਦੇ ਨਾਲ ਮਿਲਾ ਦੇਵੇ। ਉਸ ਪ੍ਰੇਮੀ ਨੂੰ ਭਗਤ ਕਬੀਰ ਜੀ ਕਹਿਣ ਲੱਗੇ ਜਿਵੇਂ ਦਾ ਕਾਲ ਪ੍ਰਮਾਤਮਾ ਹੈ ਨਾ, ਜਿਵੇਂ ਉਹਦੀ ਰਜਾ ਹੈ, ਜਿਵੇਂ ਗੁਰੂ ਕੀ ਬਾਣੀ ਦੇ ਬਚਨ ਨੇ, ਸੋ ਸਿੱਖ ਸਖਾ ਬੰਧਪ ਹੈ ਭਾਈ ਜੋ ਗੁਰ ਕੇ ਪਾਣੇ ਵਿੱਚ। ਜਿਹੜਾ ਗੁਰੂ ਕੇ ਪਾਣੇ ਵਿੱਚ ਆਉਂਦਾ ਜਾਂਦਾ ਹੈ, ਗੁਰੂ ਕੇ ਪਾਣੇ ਵਿੱਚ ਰਹਿੰਦਾ ਹੈ, ਸੋ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਕੋਈ ਸਿੱਖ ਸਖਾ ਬੰਧਪ ਹੈ, ਕੋਈ ਗੁਰੂ ਦਾ ਪੁੱਤਰ ਹੈ, ਗੁਰੂ ਜੀ ਉਹਦੇ ਤੇ ਰਹਿਮਤ ਕਰਦੇ, ਸਤਿਗੁਰੂ ਜੀ ਉਹਦੇ ਨਾਲ
होते ने फिर गुरु जी ऐसी कोशिश करते ने इसका साहिब डाटा हुए इसको मार ना सके कोई, फिर गुरु जी के वाल हो जाता है ना। खास संगत जी दुनिया के लोग ये साखत बंदे वो फिर पूर्ण गुरु की सिखता कुछ भी नहीं बिगाड़ सकते। सो ये जीवन की दात भगत कबीर जी ने बड़े ही सरल शब्दों के विच श्लोकां दे विच सानू कल्ली कल्ली गल करके समझाई है कि कितनी निम्रता परमात्मा के लिए जरूरी है। पानी तो भी नीवा होना पैंदा। साध संगत जी पानी चले नवाण नूं भाई गुरदास के बचन ने कहते ने पानी भी नवाण नूं चढ़दा है। पर कहते दुनिया के लोग कहते ने धरती जिहड़ी बड़ी निम्रता की मालक है, पर भाई गुरदास जी कहते ने धरती हेठ वसंदा पानी, धरती के थले भी कहते निम्रता वाली वस्तु वसदी हो है पानी। इस करके बंदिया अपने आप को पानी की बिरती, पर भगत कबीर जी कहते तू पानी तो भी नीवा हो जा। भाई गुरदास जी ने पानी की बात दे दी, पर भगत कबीर जी कहते पानी भी उपरों वगावा के थले नूं चलेगा ते गर्मी ते आउण दे नाल गरम ठंडा तत्ता होवेगा, तत्ते पानी नूं हथ लग जावे शरीर नूं कष्ट मिलेगा। इस करके कहते एहो जिहा बण कि तेरे करके किसी नूं दुख ना मिले, तेरे विच एहो जी निम्रता आवे किसी नूं तेरा वड्डा बण तू एहो जिहा अपने आप नूं बना लै जेड़ा भी तेरा संग करे, जेड़ा भी तेरे नाल जुड़े, जेड़ा भी तेरी संगत करे वो परमात्मा की बंदगी दे नाल जुड़ जावे। ये नहीं जे कोई तेरे नाल रह गया तू आप गलत कर्म करदा है, वो कर्म करदा है तेरे आप मन दे विच पंज विकार भरे ने, तू अगले नूं भी उस व्यक्ति दे नाल जुड़ना बंदिया जिवें दा तू आप है ना, अगले नूं कोशिश कर कि मैं उन्हों भी परमात्मा की बंदगी दे नाल जुड़ना। चलो विचार ये भी निम्रता की दात भगत कबीर जी सानू बख्शिश करते हैं। बंदिया मिठत नीवी नानका गुण जगियारियां तक, सतगुरु जी कहते हैं मिठत नीवी है तां करके ही परमात्मा की भक्ति रूपी जिहड़े जगियारियां वाले गुण ने वो प्राप्त होंदे ने। सो ये विचार भगत कबीर साहिबान जी ने सानू बख्शिश की है जी। हाजरी भरते हुए बेअंत बेअंत प्रकार दी फुल्लां दी खिमा धन गुरु ग्रंथ साहिब महाराज गुरु रूप खालसा बख्शनार है जी। होइयां फुल्लां दी खिमा बख्शिश करियो, सीस बख्शियो। गुरु साहिब महाराज इसी तरह चढ़दियां कला दे नाल कथा विचारा करन दी दात सानू बख्शिश करन दी, अपने चरनां दे नाल जोड़ के रखने नितनेम चंगे जीवन की दात महाराज की बख्शिश करके हुइयां फुल्लां नूं सतगुरु जी बख्श ले, अपने चरनां दे जोड़ के रखण। हम अवगुण भरे एक गुण नाही, अमृत छाड़ विखे मित खाही।